ਅੱਜ ਦੇ ਇਸ ਅਭੁੱਲ ਦਿਨ ਮੌਕੇ ਆਪਣੇ ਇਸ YouTube ਚੈਨਲ ਦਾ ਮਾਸਟਰ ਆਰਟ ਦੇ ਸਾਰੇ ਹੀ ਸਹਿਯੋਗੀ ਸਾਥੀਆਂ ਨੂੰ ਬਹੁਤ-ਬਹੁਤ ਪਿਆਰ ਸਤਿਕਾਰ। ਆਓ ਅੱਜ ਦੇ ਦਿਨ ਨੂੰ ਸਮਰਪਿਤ ਨੌਜਵਾਨ ਪ੍ਰਦੀਪ ਅਤੇ ਉਸ ਦੇ ਸਾਥੀ ਕਲਾਕਾਰਾਂ ਦੀ ਅਦਾਕਾਰੀ ਦਾ ਨਮੂਨਾ ਦੇਖੋ ਸਾਥੀਓ। ਭਾਵੇਂ ਕਿ ਤੁਹਾਡੇ ਤੋਂ ਵੀ ਕੁਝ ਓਲੇ ਨਹੀਂ ਸਾਥੀਓ, ਪਰ ਆਓ ਜਰਾ ਵੀਡੀਓ ਦੀ ਸ਼ੁਰੂਆਤ ਵਿੱਚ ਕੁਝ ਰਸਮੀ ਸ਼ਬਦ ਬੋਲ ਦਈਏ। ਇਹ ਕਿ ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਵਿੱਚ ਹੋਇਆ ਸੀ। ਜਿਸ ਦਿਨ ਸ਼ਹੀਦ ਭਗਤ ਸਿੰਘ ਦਾ ਜਨਮ ਹੋਇਆ ਉਸ ਦਿਨ ਹੀ ਉਸ ਦੇ ਚਾਚੇ ਅਤੇ ਪਿਤਾ ਕਿਸ਼ਨ ਸਿੰਘ ਜੀ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਏ ਸਨ। ਇਸ ਕਾਰਨ ਭਗਤ ਸਿੰਘ ਦਾ ਨਾਮ ਭਾਗਾਂ ਵਾਲਾ ਰੱਖਿਆ ਗਿਆ ਸੀ, ਪਰ ਬਾਅਦ ਦੇ ਵਿੱਚ ਜਿਵੇਂ ਨਾਮਕਰਨ ਕੀਤਾ ਗਿਆ ਤਾਂ ਇਹ ਨਾਮ ਬਦਲ ਕੇ ਭਗਤ ਸਿੰਘ ਹੋ ਗਿਆ। हरदेव सिंह खबर सुनी है भाई कोई? हाँ, बड़ा जुर्म ढाया है गोरी सरकार ने। बहुत माड़ा कम होया, बहुत माड़ा। पैरी पैना बापू जी। ओ जिंदा रह पुत्रा, जिंदा रह। ਤਾਗੜਿਆਂ ਬਾਪੂ ਜੀ। ਓਏ ਹਾਂ ਤਗੜਿਆਂ ਪੁੱਤਰਾ, ਤੁਸੀਂ ਵੀ ਤਗੜੇ ਰਹੋ। तू बड़ा होके की बनेगा? मैं तो मास्टर बनूंगा। मैं फौजी बनूंगा। मैं डॉक्टर बनूंगा। फिर तू की बनेगा? और मैं तो बड़ा होके ब्याह करूंगा। ਵਿਆਹ ਕਰਾਉਣਾ ਵੀ ਕੋਈ ਵੱਡੀ ਪ੍ਰਾਪਤੀ ਆ। ਉਹ ਮੈਂ ਵੱਡਾ ਹੋ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਂਗਾ। सवेर दी टीचर में आज मैंने तो रखड़ी बननी है। ਕੋਈ ਗੱਲ ਨਹੀਂ, ਹੁਣ ਬੰਦੇ ਰੱਖਣੀ।
ਲਾਹੌਰ ਦੀ ਦਵਾਰਕਾ ਦਾਸ ਲਾਇਬ੍ਰੇਰੀ ਲਾਹੌਰ ਦੇ ਨੌਜਵਾਨਾਂ ਲਈ ਇਨਕਲਾਬੀ ਸਾਹਿਤ ਦਾ ਭੰਡਾਰ ਸੀ। ਇਸ ਦੇ ਆਲੇ ਦੁਆਲੇ ਕਾਲਜ ਸਨ, ਜਿਸ ਕਰਕੇ ਇਸ ਵਿੱਚ ਹਰ ਵੇਲੇ ਵਿਦਿਆਰਥੀਆਂ ਦੀ ਗਹਿਮਾ ਗਹਿਮੀ ਰਹਿੰਦੀ ਸੀ। ਇਸ ਲਾਇਬ੍ਰੇਰੀ ਦੀ ਭੂਮਿਕਾ ਇਸ ਕਰਕੇ ਹੋਰ ਵਧੇਰੇ ਸੀ ਕਿ ਇਸ ਲਾਇਬ੍ਰੇਰੀ ਦਾ ਲਾਇਬ੍ਰੇਰੀਅਨ 21 ਵਰ੍ਹਿਆਂ ਦਾ ਗੱਭਰੂ ਰਾਜਾ ਰਾਮ ਸ਼ਾਸਤਰੀ ਸੀ, ਜਿਹਦੇ ਕੋਲ 1926-1930 ਦੇ ਫੈਸਲਾਕੁੰਨ ਦੌਰ ਵਿੱਚ ਇਸ ਲਾਇਬ੍ਰੇਰੀ ਦੀ ਵਾਗਡੋਰ ਰਹੀ ਸੀ। ਰਾਜਾ ਰਾਮ ਸ਼ਾਸਤਰੀ ਜੀ ਦੇ ਆਪਣੇ ਸ਼ਬਦ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ ਸਾਥੀਓ। ਲਾਇਬ੍ਰੇਰੀ ਦੇ ਆਲੇ ਦੁਆਲੇ ਕਈ ਕਾਲਜ ਸਨ, ਜਿਨ੍ਹਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਰ ਰੋਜ਼ ਲਾਇਬ੍ਰੇਰੀ ਆਇਆ ਕਰਦੇ ਸਨ। ਮੈਂ ਨੌਜਵਾਨਾਂ ਨੂੰ ਸਮਾਜਵਾਦੀ ਸਾਹਿਤ ਪੜ੍ਹਨ ਦਾ ਸੁਝਾਅ ਦੇਣ ਲਈ ਮੌਕੇ ਦੀ ਭਾਲ ਵਿੱਚ ਰਹਿੰਦਾ ਸਾਂ। ਮੈਨੂੰ ਛੇਤੀ ਹੀ ਪਤਾ ਲੱਗ ਗਿਆ ਸੀ ਕਿ ਲਾਇਬ੍ਰੇਰੀ ਵਿੱਚ ਗਰਮ ਖਿਆਲੀ ਮੁੰਡੇ ਅਤੇ ਨਾਲ ਹੀ ਖੁਫੀਆ ਏਜੰਸੀ ਦੇ ਜਾਸੂਸ ਵੀ ਆਉਂਦੇ ਸਨ। ਮੈਂ ਤਿੱਖੀ ਨਜ਼ਰ ਨਾਲ ਉਹਨਾਂ ਨੌਜਵਾਨ ਪਾਠਕਾਂ ਨੂੰ ਘੋਖਦਾ ਪਰਖਦਾ ਰਹਿੰਦਾ ਸਾਂ, ਜਿਨ੍ਹਾਂ ਦੇ ਜੁਝਾਰੂ ਵਿਚਾਰ ਸਨ ਅਤੇ ਜਿਨ੍ਹਾਂ ਨੂੰ ਕ੍ਰਾਂਤੀਕਾਰੀ ਸਾਹਿਤ ਪੜ੍ਹਨ ਦੀ ਚਾਟ ਲਾ ਕੇ ਸਮਾਜਵਾਦ ਵੱਲ ਪ੍ਰੇਰਿਆ ਜਾ ਸਕਦਾ ਸੀ। ਇਸ ਤਾਂਘ ਸਦਕਾ ਹੀ ਮੈਂ ਭਗਤ ਸਿੰਘ, ਸੁਖਦੇਵ, ਯਸ਼ਪਾਲ, ਭਗਵਤੀ ਚਰਨ ਵੋਹਰਾ, ਹੰਸਰਾਜ ਵੋਹਰਾ, ਧਨਵੰਤਰੀ, ਰਾਮਕ੍ਰਿਸ਼ਨ, ਅਹਿਸਾਨ ਇਲਾਹੀ, ਦੁਰਗਾਦਾਸ ਖੰਨਾ ਅਤੇ ਹੋਰ ਦੇ ਸੰਪਰਕ ਵਿੱਚ ਆਇਆ, ਜਿਨ੍ਹਾਂ 'ਚੋਂ ਭਗਤ ਸਿੰਘ, ਸੁਖਦੇਵ, ਯਸ਼ਪਾਲ ਅਤੇ ਭਗਵਤੀ ਚਰਨ ਵੋਹਰਾ ਮੇਰੇ ਵਧੇਰੇ ਨੇੜੇ ਸਨ। ਲਾਇਬ੍ਰੇਰੀ ਦੇ ਕੋਲ ਹੀ ਲੋਕ ਸੇਵਾ ਮੰਡਲ ਭਵਨ ਵਿੱਚ ਮੇਰੀ ਰਿਹਾਇਸ਼ ਸੀ। ਭੋਜਨ ਲਈ ਮੈਂ ਬਾਜ਼ਾਰ ਤੇ ਕਿਸੇ ਢਾਬੇ ਵਿੱਚ ਚਲਾ ਜਾਇਆ ਕਰਦਾ ਸਾਂ। ਭਗਤ ਸਿੰਘ ਅਤੇ ਸੁਖਦੇਵ ਨਾਲ ਤਾਂ ਮੇਰੀ ਇੰਨੀ ਨੇੜਤਾ ਹੋ ਗਈ ਕਿ ਉਹ ਜਦੋਂ ਵੀ ਇੱਧਰ ਨੂੰ ਆਉਂਦੇ ਤਾਂ ਉਹ ਮੇਰੇ ਕੋਲ ਜ਼ਰੂਰ ਆਉਂਦੇ ਸੀ ਅਤੇ ਸਮਾਜਵਾਦ ਬਾਰੇ ਸਾਡੀਆਂ ਬਹਿਸਾਂ ਅੱਧੀ ਰਾਤ ਤੱਕ ਚੱਲਦੀਆਂ ਰਹਿੰਦੀਆਂ ਸਨ। ਭਗਤ ਸਿੰਘ ਸੁਭਾਅ ਵਜੋਂ ਖੁਸ਼ ਮਿਜਾਜ ਸੀ, ਜਦੋਂ ਕਿ ਸੁਖਦੇਵ ਕੁਝ ਸੰਜੀਦਾ ਰਹਿੰਦਾ ਸੀ। ਇੱਕ ਵਾਰੀ ਜਦ ਮੈਂ ਹੋਟਲ ਵਿੱਚ ਖਾਣਾ ਖਾ ਰਿਹਾ ਸਾਂ ਤਾਂ ਉੱਥੋਂ ਲੰਘਦਿਆਂ ਭਗਤ ਸਿੰਘ ਨੇ ਮੈਨੂੰ ਵੇਖ ਲਿਆ। ਮੈਨੂੰ ਵੇਖ ਕੇ ਉਹ ਅੰਦਰ ਆ ਗਿਆ ਅਤੇ ਮੇਰੇ ਸਾਹਮਣੇ ਬੈਠ ਕੇ ਗੱਲਾਂ ਕਰਨ ਲੱਗ ਪਿਆ। ਮੈਂ ਸਮਝ ਗਿਆ ਕਿ ਉਸ ਵੱਲੋਂ ਅਜਿਹਾ ਕਰਨ ਪਿੱਛੇ ਕੋਈ ਨਾ ਕੋਈ ਮਕਸਦ ਹੈ। ਇੱਕ ਪਾਸੇ ਤਾਂ ਉਸਨੇ ਮੈਨੂੰ ਗੱਲੀਂ ਲਾ ਲਿਆ ਅਤੇ ਦੂਜੇ ਪਾਸੇ ਉਹ ਮੇਰੀ ਥਾਲੀ ਵਿੱਚੋਂ ਰੋਟੀ ਖਾਣ ਲੱਗ ਪਿਆ। ਉਸਦੇ ਅਜਿਹੇ ਵਿਹਾਰ 'ਤੇ ਮੈਨੂੰ ਗੁੱਸਾ ਚੜ੍ਹ ਗਿਆ, ਕਿਉਂਕਿ ਨਾ ਤਾਂ ਉਸਨੇ ਹੱਥ ਧੋਤੇ ਸਨ ਅਤੇ ਨਾ ਹੀ ਦੁਆ ਸਲਾਮ ਕੀਤੀ ਸੀ। ਓਹੋ ਰੋਟੀਆਂ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਆ। ਮੈਨੂੰ ਆਪਣੀ ਗੱਲ ਕਹਿ ਲੈਣ ਦਿਓ। ਖੀਰ ਖਾਣਾ ਪਸੰਦ ਕਰਦੇ ਹੋ? ਕਿਉਂ ਤੈਂ ਕੀ ਲੈਣਾ ਹੈ? ਹਾਂ ਖੀਰ ਤਾਂ ਪਸੰਦ ਆ, ਪਰ ਮਹਿੰਗੀ ਆ। ਜੇ ਖਾਣਾ ਖਾਣੇ ਲਾਗੇ ਫਿਰ ਮਹਿੰਗਾ ਸਸਤਾ ਕੀ ਦੇਖਣਾ, ਆਠ ਨਾਲ ਖਾਓ। ਆ ਛੋਟੂ ਇੱਕ ਖੀਰ ਦੀ ਕੌਲੀ ਲੈ ਕੇ ਆਈ। ਜੇ ਸੁਖਦੇਵ ਵੀ ਇਹਦੇ ਨਾਲ ਹੀ ਹੁੰਦਾ ਤਾਂ ਮੇਰੀ ਹਾਲਤ ਹੋਰ ਵੀ ਮਾੜੀ ਹੋਣੀ ਸੀ। ਫਿਰ ਮੈਨੂੰ ਇਹਨਾਂ ਦੋਹਾਂ ਦੇ ਫਰਮਾਨ ਚੱਲਣੇ ਪੈਂਦੇ।
ਰਾਜਾ ਰਾਮ ਸ਼ਾਸਤਰੀ ਦੱਸਦੇ ਹਨ ਕਿ ਇਹਨਾਂ ਸਾਰੀਆਂ ਸ਼ਰਾਰਤਾਂ ਤੋਂ ਤੰਗ ਆ ਕੇ ਮੈਂ ਵੀ ਇੱਕ ਵਾਰੀ ਬਦਲਾ ਲੈਣ ਉੱਤੇ ਉਤਰ ਆਇਆ। ਇੱਕ ਦਿਨ ਜਦੋਂ ਹੋਟਲ ਵਿੱਚ ਭਗਤ ਸਿੰਘ ਖਾਣੇ ਦਾ ਆਨੰਦ ਮਾਣ ਰਿਹਾ ਸੀ ਤਾਂ ਮੈਂ ਐਵੇਂ ਖਿਸਕ ਗਿਆ ਜਿਵੇਂ ਪਾਨ ਖਰੀਦ ਕੇ ਕੁਝ ਪਲਾਂ ਵਿੱਚ ਹੀ ਮੁੜ ਆਉਣਾ ਹੋਵੇ। ਪਰ ਕੀਤਾ ਇਹ ਕਿ ਮੈਂ ਅਜਿਹੀ ਥਾਂ 'ਤੇ ਲੁੱਕ ਕੇ ਖਲੋ ਗਿਆ ਜਿੱਥੋਂ ਮੈਂ ਹੋਟਲ 'ਚ ਵਾਪਰਨ ਵਾਲਾ ਸਾਰਾ ਨਾਟਕ ਦੇਖ ਸਕਦਾ ਸੀ। ਖਾਣਾ ਖਾਣ ਪਿੱਛੋਂ ਭਗਤ ਸਿੰਘ ਬੌਂਦਲ ਗਿਆ ਕਿਉਂਕਿ ਹੋਟਲ ਦਾ ਮਾਲਕ ਖਾਣੇ ਦੇ ਪੈਸੇ ਮੰਗ ਰਿਹਾ ਸੀ, ਪਰ ਭਗਤ ਸਿੰਘ ਕੋਲ ਪੈਸੇ ਹੀ ਨਹੀਂ ਸਨ। ਉਹਨਾਂ ਦੋਹਾਂ ਵਿੱਚ ਜਦੋਂ ਕਾਫੀ ਗਰਮੋ ਗਰਮੀ ਹੋ ਗਈ ਤਾਂ ਮੈਂ ਮੌਕੇ 'ਤੇ ਪਹੁੰਚ ਕੇ ਝਗੜਾ ਨਿਬੇੜਿਆ। ਉਹ ਹੈਗਾ ਕੋਈ? ਸ਼ਾਸਤਰੀ ਜੀ, ਗੇਟ ਖੋਲੋ। ਉਹ ਆ ਕਿਹੜਾ ਆ ਗਿਆ ਅੱਧੀ ਰਾਤ ਨੂੰ? ਬੜਾ ਟਾਈਮ ਲਾਤਾ ਸ਼ਾਸਤਰੀ। ਹੋਰ ਯਾਰ ਘੰਟਾ ਹੋ ਗਿਆ ਖੜਿਆ ਨੂੰ, ਹੁਣ ਖੜਾ ਝਾਕੀ ਜਾਂਦਾ। ਉਹ ਲੈ, ਆ ਮਹਾਂਪੁਰਖ ਸੌਂ ਵੀ ਗਏ। ਸਾਡੇ ਹੁੰਦੇ ਕੀ ਗੱਲ ਸ਼ਾਸਤਰੀ ਜੀ, ਖੜੇ? ਯਾਰ ਤੁਸੀਂ ਇਹ ਸਮਝੋ, ਸੁਖਦੇਵ ਸਿਆਂ, ਇੱਕ ਗੱਲ ਤਾਂ ਤੈਨੂੰ ਮੰਨਣੀ ਪੈਣੀ ਆ। ਕਿਹੜੀ ਭਲਾ? ਵੀ ਰਾਜਾ ਰਾਮ ਹੈ ਤਾਂ ਬੰਦਾ ਵਧੀਆ। ਹਾਂ ਇਹ ਤਾਂ ਹੈ। ਜਦੋਂ ਉਹਨੇ ਦੇਖਿਆ ਵੀ ਮੇਰੇ ਦੋਸਤ ਤੰਗ ਹੋ ਰਹੇ ਨੇ, ਵਿਚਾਰਾ ਉੱਠ ਕੇ ਭੁੰਜੇ ਸੌਂ ਗਿਆ। ਇਹਦੇ ਵਰਗਾ ਸੌ ਕੌਣ ਹੋ ਸਕਦਾ ਹੈ? ਨਹੀਂ ਹੋ ਸਕਦਾ ਬਈ, ਨਹੀਂ ਹੋ ਸਕਦਾ। ਦੇਖੋ ਜੀ, ਸਮਾਜਵਾਦ ਆਪਾਂ ਨੂੰ ਸਿਖਾਉਂਦਾ ਵੀ ਆਪਾਂ ਦੁੱਖਾਂ ਤਕਲੀਫਾਂ ਵਿੱਚ ਬਰਾਬਰ ਦੇ ਭਾਈਵਾਲ ਹੋਈਏ। ਬਿਲਕੁਲ ਜੀ ਬਿਲਕੁਲ। ਤੇ ਇਹ ਗੱਲ ਜਮਾ ਚੰਗੀ ਨਹੀਂ ਲੱਗਦੀ ਵੀ ਆਪਾਂ ਮੰਜੇ ਤੇ ਸੋਈਏ ਅਤੇ ਸ਼ਾਸਤਰੀ ਜੀ ਭੁੰਜੇ ਸੌਣ। ਬਹੁਤ ਮਾੜੀ ਗੱਲ ਹੈ। ਕਿਉਂ ਨਾ ਸਮਾਜਵਾਦੀ ਸਿਧਾਂਤ ਨੂੰ ਸਮਝਦਿਆਂ
ਆਪਾਂ ਵੀ ਸ਼ਾਸਤਰੀ ਜੀ ਨਾਲ ਭੁੰਜੇ ਸੋਈਏ। ਉਤਰ ਉਤਰ ਉਤਰ। ਰਾਜਾ ਰਾਮ, ਤੂੰ ਇੱਥੇ? ਹੋਰ ਬਈ ਭਗਤ ਸਿਆਂ, ਸਾਡੇ ਵੀ ਸਬੱਬ ਬਣ ਗਏ ਇੱਥੇ ਆਉਣ ਦੇ। ਲੂਣ ਅੰਦੋਲਨ ਵਿੱਚ ਮੈਨੂੰ 2 ਸਾਲ ਦੀ ਕੈਦ ਹੋਈ ਏ ਤੇ ਸੇਖੂਪੁਰਾ ਤੋਂ ਮੈਨੂੰ ਇੱਥੇ ਤਬਦੀਲ ਕਰ ਦਿੱਤਾ ਗਿਆ। ਗਾਂਧੀ ਜੀ ਦੇ ਅੰਦੋਲਨ 'ਚ ਇੰਨੀ ਲੰਮੀ ਕੈਦ? ਮੈਂ ਤਾਂ ਲਾਹੌਰ ਬਹੁਤ ਚਿਰ ਪਹਿਲਾਂ ਹੀ ਛੱਡ ਦਿੱਤਾ ਸੀ। ਅੱਛਾ, ਮੈਂ ਵੀ ਕਹਾਂ ਵੀ ਰਾਜਾ ਰਾਮ ਨੇ ਆਪਾਂ ਨੂੰ ਕਿਤਾਬਾਂ ਭੇਜਣੀਆਂ ਕਿਉਂ ਬੰਦ ਕਰ ਦਿੱਤੀਆਂ ਨੇ? ਪਿਆਰੇ, ਜਿਹੜਾ ਕ੍ਰਾਂਤੀਕਾਰੀ ਸਾਹਿਤ ਤੂੰ ਪੜ੍ਹਿਆ ਕਰਦਾ ਸੀ ਨਾ, ਜਿਸ ਉੱਤੇ ਆਪਾਂ ਭਗਵੀਂ ਬਹਿਸ ਕਰਿਆ ਕਰਦੇ ਸੀ, ਉਸਨੇ ਤੇਰੀ ਜ਼ਿੰਦਗੀ ਦੀ ਮੰਜ਼ਿਲ ਨੂੰ ਤੈਅ ਕਰ ਦਿੱਤਾ ਹੈ ਤੇ ਦਵਾਰਕਾ ਦਾਸ ਲਾਇਬ੍ਰੇਰੀ ਨੂੰ ਅਮਰ ਕਰ ਦਿੱਤਾ ਹੈ। ਤੇਰੇ ਮੇਲ ਕਾਰਨ ਲਾਇਬ੍ਰੇਰੀ ਅਮਰ ਹੋ ਗਈ। ਆ ਗਈ ਬੇਬੇ। ਸਰਦਾਰਾ, ਉਹਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ। ਤੂੰ ਮੈਨੂੰ ਬੇਬੇ ਕਿਹੜੀ ਗੱਲੋਂ ਆਖਦਾ ਹੈ? ਪਹਿਲਾਂ ਛੋਟੇ ਹੁੰਦੇ ਮੇਰੀ ਬੇਬੇ ਮੇਰਾ ਗੰਦਮੰਦ ਚੱਕਦੀ ਹੁੰਦੀ ਸੀ। ਹੁਣ ਇੱਥੇ ਤੂੰ ਮੈਨੂੰ ਮੇਰੀ ਬੇਬੇ ਮਿਲ ਗਈ। ਹੁਣ ਤੂੰ ਇੱਥੇ ਮੇਰਾ ਗੰਦਮੰਦ ਸਾਫ਼ ਕਰਦਾ। ਹੋਈ ਨਾ ਫਿਰ ਤੂੰ ਮੇਰੀ ਬੇਬੇ। ਬੇਬੇ, ਅੱਜ ਰਾਤ ਦੀ ਰੋਟੀ ਮੈਂ ਤੇਰੇ ਹੱਥੋਂ ਖਾਣੀ ਆ। ਭਗਤ ਸਿੰਘ ਦੇ ਸਾਥੀ ਸ਼ਿਵ ਵਰਮਾ ਕਹਿੰਦੇ ਹਨ ਕਿ ਉਸ ਨੂੰ ਪੜ੍ਹਨ ਲਿਖਣ ਦਾ ਬੇਹੱਦ ਸ਼ੌਕ ਸੀ। ਉਹ ਜਦ ਵੀ ਕਾਨਪੁਰ ਆਉਂਦਾ ਆਪਣੇ ਨਾਲ 2-4 ਕਿਤਾਬਾਂ ਜ਼ਰੂਰ ਲੈ ਕੇ ਆਉਂਦਾ। ਬਾਅਦ ਵਿੱਚ ਫਰਾਰ ਜ਼ਿੰਦਗੀ ਵਿੱਚ ਜਦ ਵੀ ਉਸ ਨਾਲ ਰਹਿਣ ਦਾ ਮੌਕਾ ਮਿਲਿਆ ਤਾਂ ਦੇਖਿਆ ਪਿਸਤੌਲ ਅਤੇ ਕਿਤਾਬ 24 ਘੰਟੇ ਉਸ ਦੇ ਨਾਲ ਹੁੰਦੇ ਸਨ। ਮੈਨੂੰ ਇੱਕ ਵੀ ਅਜਿਹਾ ਮੌਕਾ ਯਾਦ ਨਹੀਂ ਆਉਂਦਾ ਜਦ ਉਸ ਕੋਲ ਕੋਈ ਕਿਤਾਬ ਨਾ ਹੋਵੇ।
ਅਧਿਐਨ ਕਰ ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦੇ ਜਵਾਬ ਦੇਣ ਦੇ ਯੋਗ ਹੋ ਜਾਵੇਂ। ਭਲਾ ਚਾਹੁਣ ਵਾਲੇ ਕਿੰਨੇ ਵੀ ਸੱਚੇ ਸੁੱਚੇ ਹੋਣ, ਉਹ ਸਮਾਜ ਦਾ ਕੁਝ ਨਹੀਂ ਸੰਵਾਰ ਸਕਦੇ। ਸਮਾਜਿਕ ਤਬਦੀਲੀ ਤਾਂ ਵਿਗਿਆਨਕ ਸੋਚ ਵਾਲੀ ਗਤੀਸ਼ੀਲ ਤਾਕਤ ਹੀ ਲਿਆ ਸਕਦੀ ਹੈ। ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ, ਇਸ ਲਈ ਤੁਹਾਨੂੰ ਉਹਨਾਂ ਦੇ ਹੱਥ ਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਸੰਸਾਰ ਦੇ ਸਾਰੇ ਗਰੀਬਾਂ ਦੇ, ਭਾਵੇਂ ਉਹ ਕਿਸੇ ਜਾਤ, ਨਸਲ, ਕੌਮ ਅਤੇ ਮੁਲਕ ਦੇ ਹੋਣ, ਹੱਕ ਇੱਕੋ ਹਨ। ਤੁਹਾਡਾ ਭਲਾ ਇਸ ਵਿੱਚ ਹੈ ਕਿ ਤੁਸੀਂ ਧਰਮ, ਰੰਗ, ਨਸਲ, ਕੌਮ ਅਤੇ ਮੁਲਕ ਦੇ ਭਿੰਨ ਭੇਦ ਮਿਟਾ ਕੇ ਇਕੱਠੇ ਹੋ ਜਾਓ। ਸਾਮਰਾਜੀ ਤੇ ਪੂੰਜੀਵਾਦੀ ਲੁੱਟ ਕੁਝ ਦਿਨਾਂ ਦੀ ਖੇਡ ਹੈ। ਇਹ ਜੰਗ ਨਾ ਅਸਾਂ ਤੋਂ ਸ਼ੁਰੂ ਹੋਇਆ ਹੈ ਅਤੇ ਨਾ ਹੀ ਸਾਡੇ ਜੀਵਨ ਨਾਲ ਖਤਮ ਹੋਵੇਗਾ। ਇਹ ਤਾਂ ਇਤਿਹਾਸਕ ਕਾਰਨਾਂ ਤੇ ਆਲੇ ਦੁਆਲੇ ਪਸਰੇ ਹਾਲਾਤਾਂ ਦਾ ਜ਼ਰੂਰੀ ਨਤੀਜਾ ਹੈ। ਸਾਡੀ ਨਿਮਾਣੀ ਜਿਹੀ ਕੁਰਬਾਨੀ ਤਾਂ ਬਸ ਇਤਿਹਾਸਕ ਲੜੀ ਦੀ ਇੱਕ ਕੜੀ ਹੈ, ਜਿਸ ਨੂੰ ਜਤਨ ਦਾਸ ਦੀ ਬੇਮਿਸਾਲ ਕੁਰਬਾਨੀ ਨੇ, ਸ਼ਹੀਦ ਭਗਵਤੀ ਚਰਨ ਜੀ ਦੀ ਅਤ ਭਿਆਨਕ ਪਰ ਪਵਿੱਤਰ ਤੇ ਮਹਾਨ ਕੁਰਬਾਨੀ ਨੇ, ਤੇ ਸਾਡੇ ਮਹਿਬੂਬ ਜਰਨਲ ਆਜ਼ਾਦ ਦੀ ਸ਼ਾਨਦਾਰ ਸ਼ਹਾਦਤ ਨੇ ਚਾਰ ਚੰਨ ਲਾਏ ਹਨ। ਅਸੀਂ ਐਲਾਨ ਕਰਦੇ ਹਾਂ ਕਿ ਇੱਕ ਯੁੱਧ ਚੱਲ ਰਿਹਾ ਹੈ ਤੇ ਇਹ ਤਦ ਤੱਕ ਚੱਲਦਾ ਰਹੇਗਾ ਜਦ ਤੱਕ ਕੁਝ ਤਾਕਤਵਰ ਲੋਕ ਭਾਰਤੀ ਜਨਤਾ ਤੇ ਮਿਹਨਤਕਸ਼ ਲੋਕਾਂ ਨੂੰ ਤੇ ਉਹਨਾਂ ਦੇ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ। ਉਹ ਲੁਟੇਰੇ ਭਾਵੇਂ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ ਜਾਂ ਨਿਰੋਲ ਭਾਰਤੀ ਸਰਮਾਏਦਾਰ, ਜਾਂ ਦੋਨੋਂ ਰਲਵੇਂ। ਸਮਾਂ ਆ ਗਿਆ ਹੈ ਕਿ ਸਮਾਜਵਾਦ ਨੂੰ ਆਪਣੇ ਅੰਤਮ ਉਦੇਸ਼ ਵਜੋਂ ਜ਼ੋਰ ਸ਼ੋਰ ਨਾਲ ਐਲਾਨਿਆ ਜਾਵੇ। ਵਿਦਿਆਰਥੀਆਂ ਦਾ ਮੁੱਖ ਕੰਮ ਪੜ੍ਹਾਈ ਕਰਨਾ ਹੈ, ਪਰ ਦੇਸ਼ ਦੀਆਂ ਸਮਾਜਿਕ ਆਰਥਿਕ ਸਥਿਤੀਆਂ ਨੂੰ ਜਾਣਨਾ, ਸਮਝਣਾ ਅਤੇ ਉਹਨਾਂ 'ਚ ਤਬਦੀਲੀ ਲਿਆਉਣਾ ਜੇਕਰ ਉਸ ਪੜ੍ਹਾਈ ਵਿੱਚ ਸ਼ਾਮਲ ਨਹੀਂ ਤਾਂ ਮੈਂ ਅਜਿਹੀ ਪੜ੍ਹਾਈ ਨੂੰ ਨਕੰਮੀ ਸਮਝਦਾ ਹਾਂ। ਫੈਕਟਰੀਆਂ ਵਿੱਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ ਝੁੱਗੀਆਂ ਤੇ ਪੇਂਡੂ ਝੌਂਪੜੀਆਂ ਵਿੱਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ ਦੇਸ਼ ਦੇ ਹਰ ਕੋਨੇ-ਕੋਨੇ ਵਿੱਚ ਪਹੁੰਚਾਉਣਾ ਹੈ। ਉਸ ਇਨਕਲਾਬ ਦਾ ਸੁਨੇਹਾ ਜਿਹੜਾ ਕਿ ਉਹ ਆਜ਼ਾਦੀ ਲਿਆਵੇਗਾ, ਜਿਸ ਵਿੱਚ ਆਦਮੀ ਦੇ ਹੱਥੋਂ ਆਦਮੀ ਦੀ ਲੁੱਟ ਅਸੰਭਵ ਹੋ ਜਾਵੇਗੀ, ਕਿਉਂਕਿ ਆਮ ਤੌਰ ਤੇ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਪਛੜਿਆ ਸਮਝਿਆ ਜਾਂਦਾ ਹੈ। ਸੋ ਇਸੇ ਕਰਕੇ ਇੱਥੋਂ ਦੇ ਨੌਜਵਾਨਾਂ ਤੇ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਮਹਾਨ ਇਸ ਕਰਕੇ ਮਹਾਨ ਹੈ ਕਿਉਂਕਿ ਅਸੀਂ ਗੋਡਿਆਂ ਪਰਨੇ ਹਾਂ। ਆਓ ਉੱਠ ਕੇ ਖੜੇ ਹੋਈਏ। ਤੇਰਾ ਆਖਰੀ ਸਮਾਂ ਹੈ, ਰੱਬ ਨੂੰ ਯਾਦ ਕਰ, ਅਰਦਾਸ ਕਰ। ਮੈਂ ਤਾਂ ਨਾਸਤਿਕ ਹਾਂ। ਦੇਖੀ, ਆਪਣੇ ਆਖਰੀ ਸਮੇਂ ਵਿੱਚ ਤੂੰ ਰੱਬ ਨੂੰ ਮੰਨਣ ਲੱਗ ਜਾਏਗਾ। ਨਹੀਂ ਪਿਆਰੇ ਜਨਾਬ ਜੀ, ਇਸ ਤਰ੍ਹਾਂ ਹਰਗਿਜ਼ ਨਹੀਂ ਹੋਣ ਲੱਗੇਗਾ। ਧਾਰਮਿਕ ਅੰਧ ਵਿਸ਼ਵਾਸ ਅਤੇ ਕੱਟੜਤਾ ਸਾਡੀ ਤਰੱਕੀ ਵਿੱਚ ਬਹੁਤ ਵੱਡੀ ਰੁਕਾਵਟ ਹੈ, ਜਿਸ ਤੋਂ ਸਾਨੂੰ ਹਰ ਹਾਲ ਵਿੱਚ ਛੁਟਕਾਰਾ ਪਾਉਣਾ ਚਾਹੀਦਾ ਹੈ। ਜੋ ਚੀਜ਼ ਸੁਤੰਤਰ ਵਿਚਾਰਾਂ ਨੂੰ ਬਰਦਾਸ਼ਤ ਨਹੀਂ ਕਰਦੀ, ਉਹ ਸਮਾਪਤ ਹੋ ਜਾਣੀ ਚਾਹੀਦੀ ਹੈ। ਆਲੋਚਨਾ ਅਤੇ ਸੁਤੰਤਰ ਸੋਚਣੀ ਇਨਕਲਾਬੀ ਦੇ ਦੋ ਲਾਜ਼ਮੀ ਗੁਣ ਹੁੰਦੇ ਹਨ। ਈਸ਼ਵਰ ਵਿੱਚ ਵਿਸ਼ਵਾਸ ਅਤੇ ਹਰ ਰੋਜ਼ ਦੀ ਪ੍ਰਾਰਥਨਾ ਨੂੰ ਮੈਂ ਮਨੁੱਖ ਦਾ ਸਭ ਤੋਂ ਵੱਧ ਸਵਾਰਥੀ ਅਤੇ ਡਿੱਗਿਆ ਹੋਇਆ ਕੰਮ ਸਮਝਦਾ ਹਾਂ। ਤੁਸੀਂ ਹਰ ਗੱਲ ਲਈ ਰੱਬ ਵੱਲ ਵੇਖਦੇ ਹੋ,
ਇਸੇ ਕਾਰਨ ਤੁਸੀਂ ਕਿਸਮਤਵਾਦੀ ਤੇ ਨਿਰਾਸ਼ਾਵਾਦੀ ਹੋ। ਕਿਸਮਤਵਾਦ ਮਿਹਨਤ ਤੋਂ ਭੱਜਣ ਦਾ ਇੱਕ ਰਸਤਾ ਹੈ। ਕਮਜ਼ੋਰ, ਕਾਇਰ ਤੇ ਭਗੌੜੇ ਲੋਕਾਂ ਦੀ ਆਖਰੀ ਬਨਾਹ। ਜਿਉਂਦੇ ਰਹਿਣ ਦੀ ਖੁਆਇਸ਼ ਕੁਦਰਤੀ ਤੌਰ ਤੇ ਮੇਰੇ ਵਿੱਚ ਵੀ ਹੋਣੀ ਚਾਹੀਦੀ ਹੈ। ਮੈਂ ਇਸ ਨੂੰ ਛੁਪਾਉਣਾ ਨਹੀਂ ਚਾਹੁੰਦਾ, ਪਰ ਮੇਰਾ ਜਿਉਂਦਾ ਰਹਿਣਾ ਇੱਕ ਸ਼ਰਤ ਉੱਤੇ ਹੈ। ਮੈਂ ਕੈਦ ਹੋ ਕੇ ਜਾਂ ਗੁਲਾਮ ਰਹਿ ਕੇ ਨਹੀਂ ਜੀ ਸਕਦਾ। ਐਕਸ਼ਨ ਵਿੱਚ ਸ਼ਹੀਦ ਹੋਣਾ ਜਾਂ ਫਾਂਸੀ ਚੜ੍ਹਨ ਦਾ ਵੱਡਾ ਪ੍ਰਤਾਪ ਹੈ, ਪਰ ਇਸ ਦੇ ਨਾਲੋਂ ਵੀ ਵੱਡੀ ਕੁਰਬਾਨੀ ਉਸ ਦੀ ਹੈ ਜੋ ਉਮਰ ਭਰ ਚੁੱਪਚਾਪ ਲਹਿਰ ਦੀਆਂ ਨੀਹਾਂ ਪੱਕੀਆਂ ਕਰਦਿਆਂ ਬਿਤਾਉਂਦਾ ਹੈ। ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਪਾਲਦਾ ਇੱਥੇ? ਮੈਂ ਤਾਂ ਜੀ ਰੋਟੀ ਲੈ ਕੇ ਆਇਆ ਭਗਤ ਸਿੰਘ ਵਾਸਤੇ। ਤੂੰ ਲੇਟ ਹੋ ਗਿਆ ਮਿੱਤਰਾ, ਉਹ ਤਾਂ ਤੁਰ ਗਿਆ। ਬੇਬੇ, ਅੱਜ ਰਾਤ ਦੀ ਰੋਟੀ ਮੈਂ ਤੇਰੇ ਹੱਥੋਂ ਖਾਣੀ ਆ। ਜਿੱਥੋਂ ਮੁੜਿਆ ਨਹੀਂ ਜਾਣਾ, ਹੱਕ ਮਾਰ ਤੈਨੂੰ ਅਸੀਂ ਕਦੇ ਨਹੀਂ ਬੁਲਾਉਣਾ। ਉੱਠਣਾ ਨਹੀਂ ਕਦੇ ਤੇਰੀ ਆਵਾਜ਼ ਸੁਣ ਕੇ, ਆਵਾਜ਼ ਸੁਣ ਕੇ ਤੇਰੇ ਸੀਨੇ ਵਿੱਚ ਧੜਕਦਾ ਦਿਲ ਬਣ ਕੇ, ਤੇਰੇ ਸੀਨੇ ਵਿੱਚ ਧੜਕਦਾ ਦਿਲ ਬਣ ਕੇ, ਤੇਰੇ ਸੀਨੇ ਵਿੱਚ ਧੜਕਦਾ ਦਿਲ ਬਣ ਕੇ, ਤੇਰੇ ਸੀਨੇ ਵਿੱਚ, ਤੇਰੇ ਸੀਨੇ ਵਿੱਚ।
देवो बधाइयां फबदा ए वीरा मेरा सेरे बन के तेरे सीने विच धड़कूंगा दिल बन के तेरे सीने विच धड़कूंगा दिल बन के तेरे सीने विच धड़कूंगा दिल बन के तेरे सीने विच तेरे सीने विच पत्तियां चों वेखांगा सुक्का बन बालणू मैं अग सेकांगा हाँ टाणी उत्ते बैठा तैनू पत्तियां चों वेखांगा सुक्का बन बालणू मैं अग सेकांगा दुध बन उबलांगा कड़ कड़ के तेरे सीने विच धड़कूंगा दिल बन के तेरे सीने विच धड़कूंगा दिल बन के तेरे सीने विच धड़कूंगा दिल बन के तेरे सीने विच तेरे सीने विच ਪਾਸ਼ ਦੇ ਸ਼ਬਦਾਂ ਵਿੱਚ ਜਿਸ ਦਿਨ ਉਸ ਨੂੰ ਫਾਂਸੀ ਲੱਗੀ ਸੀ ਉਸ ਦੀ ਕੋਠੜੀ ਵਿੱਚੋਂ ਲੈਲਨ ਦੀ ਕਿਤਾਬ ਮਿਲੀ ਸੀ ਜਿਸ ਦਾ ਇੱਕ ਪੰਨਾ ਮੋੜਿਆ ਹੋਇਆ ਸੀ। ਪੰਜਾਬ ਦੀ ਜਵਾਨੀ ਨੂੰ ਉਸ ਦੇ ਆਖਰੀ ਦਿਨ ਮੋੜੇ ਹੋਏ ਪੰਨੇ ਤੋਂ ਅਗਾਂਹ ਤੁਰਨਾ ਚਾਹੀਦਾ ਹੈ। बस वो तू रहन दे भाई आप तैयार आ बनाया उधर बिस्मिल्लाह नहीं साहब चाहता करना राम प्रसाद बिस्मिल्लाह मैं बड़ा हो के अपने देश में अंग्रेजों तो आजाद करवाऊंगा ये गल कहनी भुल गए